ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਫਿਰ ਤੋਂ ਸਵਾਗਤ ਹੈ। ਸ਼ਹੀਦ ਭਗਤ ਸਿੰਘ ਜੀ ਜੀਵਨ ਬਾਰੇ। ਹੁਣ ਮਾਪਿਆਂ ਤੋਂ ਬਗਾਵਤ। ਭਗਤ ਸਿੰਘ ਦੇ ਆਪਣੇ ਸ਼ਬਦਾਂ ਵਿੱਚ ਆਲੋਚਨਾ ਅਤੇ ਸੁਤੰਤਰ ਸੋਚ ਵੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। 16 ਸਾਲਾਂ ਦੇ ਨੌਜਵਾਨ ਭਗਤ ਸਿੰਘ ਵਿੱਚ ਵੀ ਇਹ ਗੁਣ ਘਰ ਘਰ ਗਏ ਸਨ। ਜਦ ਮਾਪਿਆਂ ਨੇ ਆਪਣੀ ਮਰਜ਼ੀ ਅਨੁਸਾਰ ਉਸ ਦਾ ਵਿਆਹ ਕਰਨ ਦਾ ਆਪਣਾ ਫੈਸਲਾ ਠੋਸਣਾ ਚਾਹਿਆ ਤਾਂ ਉਹ ਆਪਣੇ ਪਿਤਾ ਤੋਂ ਵੀ ਬਾਗੀ ਹੋ ਗਿਆ, ਜਿਸ ਦਾ ਉਂਝ ਉਹ ਬਹੁਤ ਹੀ ਸਤਿਕਾਰ ਕਰਦਾ ਸੀ। ਉਹ ਘਰ ਛੱਡ ਕੇ ਕਾਨਪੁਰ ਚਲਿਆ ਗਿਆ ਅਤੇ ਜਾਂਦੇ ਹੋਏ ਆਪਣੇ ਪਿਤਾ ਦੇ ਨਾਂ ਇੱਕ ਚਿੱਠੀ ਲਿਖ ਕੇ ਛੱਡ ਗਿਆ। ਲਿਖਿਆ ਸੀ, ਪੂਜਨੀਕ ਪਿਤਾ ਜੀ, ਮੇਰੀ ਜ਼ਿੰਦਗੀ ਮਹਾਨ ਮਕਸਦ ਭਾਵ ਭਾਰਤ ਦੀ ਆਜ਼ਾਦੀ ਦੇ ਅਸੂਲ ਦੇ ਲੇਖੇ ਲੱਗ ਚੁੱਕੀ ਹੈ। ਇਸ ਲਈ ਮੇਰੀ ਜ਼ਿੰਦਗੀ ਵਿੱਚ ਆਰਾਮ ਅਤੇ ਦੁਨਿਆਵੀ ਖੁਆਇਸ਼ਾਂ ਵਾਸਤੇ ਕੋਈ ਖਿੱਚ ਨਹੀਂ ਹੈ। ਆਸ ਹੈ ਤੁਸੀਂ ਮੈਨੂੰ ਮਾਫ਼ ਕਰੋਗੇ। ਕਿਤੇ ਪਿਤਾ ਜੀ ਨੇ ਤਲਖੀ ਵਿੱਚ ਕਿਹਾ ਸੀ ਕਿ ਸ਼ਾਇਦ ਤੂੰ ਸੋਚਦਾ ਹੋਵੇਂਗਾ ਕਿ ਸਰਦਾਰ ਅਜੀਤ ਸਿੰਘ ਦੇ ਭਤੀਜੇ ਅਤੇ ਕਿਸ਼ਨ ਸਿੰਘ ਦੇ ਪੁੱਤਰ ਹੋਣ ਕਰਕੇ ਤੇਰਾ ਬੜਾ ਮਾਣ ਹੋਵੇਗਾ, ਇਸ ਕਰਕੇ ਘਰੋਂ ਜਾਣਾ ਚਾਹੁੰਦਾ ਹੈ। ਇਸ ਦਾ ਅਸਰ ਇਹ ਹੋਇਆ ਕਿ ਭਗਤ ਸਿੰਘ ਨੇ ਇਹ ਫੈਸਲਾ ਕਰ ਲਿਆ ਕਿ ਸਰਦਾਰ ਕਿਸ਼ਨ ਸਿੰਘ ਦਾ ਪੁੱਤਰ ਜਾਂ ਸਰਦਾਰ ਅਜੀਤ ਸਿੰਘ ਦਾ ਭਤੀਜਾ ਹੋਣ ਕਰਕੇ ਕਿਸੇ ਤੋਂ ਕੋਈ ਸਹਾਇਤਾ ਨਹੀਂ ਲੈਣੀ। ਘਰੋਂ ਜਾ ਕੇ ਉਹ ਕੁਝ ਦਿਨ ਦਿੱਲੀ ਰਿਹਾ। ਉੱਥੇ ਉਸਨੇ ਬੜੀਆਂ ਮੁਸੀਬਤਾਂ ਦੇ ਦਿਨ ਲੰਘਾਏ। ਫਿਰ ਉਹ ਕਾਨਪੁਰ ਚਲਾ ਗਿਆ। ਕੁਝ ਦਿਨ ਅਖਬਾਰ ਵੇਚ ਕੇ ਵੀ ਗੁਜ਼ਾਰਾ ਕੀਤਾ। ਫਿਰ ਇੱਕ ਉੱਗੇ ਆਜ਼ਾਦੀ ਸਰਗਰਮੀ ਗਣੇਸ਼ ਸ਼ੰਕਰ ਵਿਦਿਆਰਥੀ ਕੋਲ ਪ੍ਰਤਾਪ ਅਖਬਾਰ ਵਿੱਚ ਇਹ ਦੱਸੇ ਬਿਨਾਂ ਕੰਮ ਕਰਨ ਲੱਗ ਪਿਆ ਕਿ ਉਹ ਸਰਦਾਰ ਕਿਸ਼ਨ ਸਿੰਘ ਦਾ ਪੁੱਤਰ ਜਾਂ ਸਰਦਾਰ ਅਜੀਤ ਸਿੰਘ ਦਾ ਭਤੀਜਾ ਹੈ। ਮਗਰੋਂ ਨੈਸ਼ਨਲ ਕਾਲਜ ਦੇ ਇੱਕ ਅਧਿਆਪਕ ਜੈ ਚੰਦ ਵਿਦਿਆਲੰਕਰ ਨੇ ਉਸ ਦਾ ਸੰਬੰਧ ਕਾਨਪੁਰ ਦੇ ਇਨਕਲਾਬੀਆਂ ਨਾਲ ਕਰਾ ਦਿੱਤਾ ਸੀ। ਇੱਥੇ ਉਸ ਦਾ ਸਾਥ BK ਦੱਤ, ਸ਼ਿਵ ਵਰਮਾ ਅਤੇ ਜੈ ਦੇਵ ਕਪੂਰ ਨਾਲ ਗੂੜਾ ਹੋ ਗਿਆ ਅਤੇ ਕੋਕਰੀ ਕਾਂਡ ਦੇ ਸ਼ਹੀਦ ਬਿਸਮਲ ਅਤੇ ਚੰਦਰ ਸ਼ੇਖਰ ਆਜ਼ਾਦ ਨਾਲ ਵੀ ਸੰਬੰਧ ਬਣ ਗਏ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕੰਮ ਵਾਸਤੇ ਪੈਸਿਆਂ ਦੀ ਲੋੜ ਪੂਰੀ ਕਰਨ ਲਈ ਕਿਸੇ ਪਿੰਡ ਡਾਕਾ ਮਾਰਨ ਜਾਣਾ ਪਿਆ। ਇਸ ਨੇ ਇੱਕ ਬਹੁਤ ਵੱਡਾ ਸਵਾਲ ਉਸਦੇ ਮਨ ਵਿੱਚ ਖੜਾ ਕਰ ਦਿੱਤਾ। ਉਹ ਬਹੁਤ ਰੋਇਆ, ਕਹਿਣ ਲੱਗਿਆ ਕਿ ਆਜ਼ਾਦ ਭਾਰਤ ਦੀ ਤਮੰਨਾ ਲੈ ਕੇ ਅਸੀਂ ਇੱਦਾਂ ਦੇ ਕੰਮਾਂ ਵਿੱਚ ਭਟਕੇ ਫਿਰਦੇ ਹਾਂ। ਇਹ ਸਵਾਲ ਕਾਫੀ ਗਹਿਰਾ ਸੀ ਅਤੇ ਇਸ ਦੇ ਜਵਾਬ ਦੀ ਖੋਜ ਵੀ ਇੱਥੋਂ ਸ਼ੁਰੂ ਹੋ ਗਈ। 1924 ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਜੀ ਦੇ ਕਹਿਣ 'ਤੇ ਬੜੀ ਕੋਸ਼ਿਸ਼ ਤੋਂ ਬਾਅਦ ਇੱਕ ਵਾਰ ਵਾਪਸ ਲਾਹੌਰ ਮੁੜ ਆਏ। ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਆਪਣੀ ਕਿਤਾਬ ਵਿੱਚ ਉਸ ਨੂੰ ਯਾਦ ਕਰਦੇ ਹੋਏ ਲਿਖਦੇ ਹਨ, ਦਿੱਲੀ ਕਾਨਪੁਰ ਤੋਂ ਜਦੋਂ ਉਹ ਲਾਹੌਰ ਵਾਪਸ ਗਿਆ ਤਾਂ ਉਸਦੀ ਪਗੜੀ ਦਾ ਸਥਾਨ ਇੱਕ ਪਰਨੇ ਨੇ ਲੈ ਲਿਆ ਸੀ। ਉਸਦੀ ਕਮੀਜ਼ ਉਸਦੇ ਸਰੀਰ ਦਾ ਸਾਥ ਛੱਡ ਚੁੱਕੀ ਸੀ ਅਤੇ ਹੁਣ ਉਸ ਦਾ ਬੰਦ ਗਲੇ ਦਾ ਖੱਦਰ ਦਾ ਕੋਟ ਕਮੀਜ਼ ਦਾ ਕੰਮ ਦੇ ਰਿਹਾ ਸੀ। ਕੋਟ ਦੀਆਂ ਬਾਹਾਂ ਫਟ ਜਾਣ ਕਰਕੇ ਉਸਨੇ ਪਜਾਮੇ ਦੀਆਂ ਟੰਗਾਂ ਬਾਹਾਂ ਦੀ ਥਾਂ ਜੋੜ ਲਈਆਂ ਸਨ ਅਤੇ ਪਜਾਮੇ ਦੀ ਥਾਂ ਉਸ ਦੀ ਚਾਦਰ ਨੇ ਲੈ ਲਿਆ ਸੀ ਅਤੇ ਜਿਸ ਨੂੰ ਲੂੰਗੀ ਦੀ ਤਰ੍ਹਾਂ ਵਰਤਣ ਲੱਗ ਪਿਆ ਸੀ। ਪਰ ਇਸ ਹਾਲਤ ਵਿੱਚ ਵੀ ਉਸਦੇ ਕੋਟ ਵਿੱਚ ਕੋਈ ਨਾ ਕੋਈ ਕਿਤਾਬ ਜ਼ਰੂਰ ਰਹਿੰਦੀ ਸੀ। ਮਾਰਚ 1924 ਵਿੱਚ ਜੈਤੋ ਦਾ ਮੋਰਚਾ ਲੱਗ ਚੁੱਕਿਆ ਸੀ। ਸ਼ਹੀਦੀ ਜਥੇ ਜੈਤੋ ਨੂੰ ਜਾ ਰਹੇ ਸਨ। ਸਰਕਾਰ ਨੇ ਐਲਾਨ ਕੀਤਾ ਕਿ ਜਥੇ ਨੂੰ ਕੋਈ ਪਾਣੀ ਤੱਕ ਨਾ ਪਿਲਾਵੇ। ਸਰਕਾਰ ਦੀ ਇਸ ਮੰਗਾਲ ਨੂੰ ਕਬੂਲ ਕਰਦੇ ਹੋਏ ਸਰਦਾਰ ਭਗਤ ਸਿੰਘ 13ਵੇਂ ਸ਼ਹੀਦੀ ਜਥੇ ਨੂੰ ਆਪਣੇ ਪਿੰਡ ਬੰਗੇ ਲਿਆਏ। ਪੁਲਿਸ ਦੀ ਨਾਕਾਬੰਦੀ ਦੇ ਹੁੰਦੇ ਹੋਏ ਲੰਗਰ ਛਕਾਇਆ, ਜੋ ਕਿ ਪਹਿਲਾਂ ਹੀ ਕਮਾਦਾਂ ਦੇ ਖੇਤਾਂ ਵਿੱਚ ਰੱਖਿਆ ਹੋਇਆ ਸੀ। ਇਸ ਵਿੱਚ ਰੋਡੇ ਪਿੰਡ ਦੇ ਮੁਜਾਰਿਆਂ ਵੱਲੋਂ ਵੀ ਮਦਦ ਮਿਲੀ। ਉਦੋਂ ਜੰਗੀਰਦਾਰ ਦੇ ਸਪੈਦਪੋਸ਼ ਇਹਨਾਂ ਜਥਿਆਂ ਦੀ ਮਦਦ ਕਰਨ ਵਾਲਿਆਂ ਨੂੰ ਫੜਾਉਣ ਦੇ ਯਤਨਾਂ ਵਿੱਚ ਸਨ। ਇਸ ਕੰਮ ਨੇ ਜਥੇ ਦਾ ਹੌਸਲਾ ਤਾਂ ਵਧਾਇਆ ਹੀ, ਨਾਲ ਪਿੰਡ ਦੇ ਲੋਕਾਂ ਦੇ ਹੌਸਲੇ ਵੀ ਵਧੇ। ਭਗਤ ਸਿੰਘ ਨੇ ਜਥੇ ਨੂੰ ਬੜਾ ਜਜ਼ਬਾਤੀ ਲੈਕਚਰ ਦਿੱਤਾ। ਪਿੰਡ ਦੇ ਮਰਾਸੀ ਨੇ ਦੱਸਿਆ ਕਿ ਉਹ ਲੈਕਚਰ ਸੁਣ ਕੇ ਬੜੀ ਦੇਰ ਰੋਂਦਾ ਰਿਹਾ। ਇਸ ਕਾਰਵਾਈ ਸਦਕਾ ਭਗਤ ਸਿੰਘ ਦੇ ਪੁਲਿਸ ਵਾਰੰਟ ਨਿਕਲੇ। ਪਿਤਾ ਜੀ ਨੇ ਭਗਤ ਸਿੰਘ ਨੂੰ ਹੁਣ ਆਪ ਕਾਨਪੁਰ ਭੇਜ ਦਿੱਤਾ ਤਾਂ ਕਿ 6 ਮਹੀਨੇ ਦੀ ਮਿਆਦ ਪੁੱਗ ਜਾਏ। ਇਹ ਭਗਤ ਸਿੰਘ ਵਾਸਤੇ ਆਪਣੇ ਇਨਕਲਾਬੀ ਸਾਥੀਆਂ ਨਾਲ ਸੰਬੰਧ ਪੱਕੇ ਕਰਨ ਦਾ ਸੁਨਹਿਰੀ ਮੌਕਾ ਸੀ। ਕੋਕਰੀ ਕੇਸ 1921 ਦੀ ਨਾ ਮਿਲਵਰਤਨ ਲਹਿਰ ਦਬ ਜਾਣ ਨਾਲ ਦੇਸ਼ ਭਗਤ ਨੌਜਵਾਨਾਂ ਦੇ ਹਿੰਸਾ ਤੋਂ ਵਿਸ਼ਵਾਸ ਉੱਠ ਗਿਆ। ਉਹਨਾਂ ਨੇ ਹਥਿਆਰਬੰਦ ਤਾਕਤ ਦੇ ਜ਼ੋਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੁੱਗ ਪਲਟਾਊ ਜਥਾ ਕਾਇਮ ਕੀਤਾ। ਜਥੇ ਦਾ ਕੰਮ ਚਲਾਉਣ ਖਾਤਰ ਕਈ ਡਾਕੇ ਵੀ ਮਾਰੇ ਗਏ। 9 ਅਗਸਤ 1924 ਨੂੰ ਰੇਲ ਗੱਡੀ ਵਿੱਚ ਜਾ ਰਹੇ
ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਸਕੀਮ ਬਣਾ ਕੇ ਲਖਨਊ ਤੋਂ 8 ਕਿਲੋਮੀਟਰ ਦੂਰ ਕੋਕਰੀ ਨਾਂ ਦੇ ਛੋਟੇ ਜਿਹੇ ਸਟੇਸ਼ਨ ਉੱਤੇ ਗੱਡੀ ਰੋਕ ਕੇ ਖਜ਼ਾਨਾ ਲੁੱਟ ਲਿਆ ਗਿਆ। ਇਸ ਡਾਕੇ ਵਿੱਚ ਇੱਕ ਆਮ ਮੁਸਾਫਿਰ ਜੋ ਗੋਲੀਆਂ ਚੱਲਦੇ ਸਮੇਂ ਗੱਡੀ ਉੱਤੋਂ ਉਤਰ ਗਿਆ ਸੀ ਮਾਰਿਆ ਗਿਆ। ਇਸ ਘਟਨਾ ਤੋਂ ਕੁਝ ਚਿਰ ਬਾਅਦ ਜੱਗ ਪਲਟਾਊ ਜਥੇ, ਜਿਸ ਦਾ ਨਾਮ ਹਿੰਦੁਸਤਾਨੀ ਪ੍ਰਜਾਤੰਤਰ ਸੰਘ ਸੀ, ਦੇ ਪਹਿਲੀ ਕਤਾਰ ਦੇ ਸਾਰੇ ਲੀਡਰ ਫੜੇ ਗਏ। ਕੇਵਲ ਚੰਦਰ ਸ਼ੇਖਰ ਆਜ਼ਾਦ ਅਤੇ ਕੁੰਦਨ ਲਾਲ ਗੁਪਤਾ ਹੀ ਪੁਲਿਸ ਗ੍ਰਿਫਤਾਰੀ ਤੋਂ ਬਚ ਸਕੇ। ਕੁਝ ਨੂੰ ਫਾਂਸੀ ਦੀ ਸਜ਼ਾ ਅਤੇ ਕਈਆਂ ਨੂੰ ਲੰਮੀਆਂ ਕੈਦਾਂ ਦੀਆਂ ਸਜ਼ਾਵਾਂ ਮਿਲੀਆਂ। ਇਸ ਘਟਨਾ ਤੋਂ ਮਗਰੋਂ ਭਗਤ ਸਿੰਘ ਦੀ ਇਨਕਲਾਬੀ ਜ਼ਿੰਦਗੀ ਵਿੱਚ ਇੱਕ ਨਵਾਂ ਅਤੇ ਮਹੱਤਵਪੂਰਨ ਮੋੜ ਆਇਆ। ਭਗਤ ਸਿੰਘ ਇਸ ਇਨਕਲਾਬੀ ਪਾਰਟੀ ਦੇ ਆਗੂਆਂ ਦੀ ਦੂਜੀ ਕਤਾਰ ਵਿੱਚ ਸ਼ਾਮਲ ਸੀ। ਹੁਣ ਪਾਰਟੀ ਨੂੰ ਅਗਵਾਈ ਦੇਣ ਦੀ ਜ਼ਿੰਮੇਵਾਰੀ ਉਸ ਉੱਤੇ ਆ ਗਈ। ਇਨਕਲਾਬੀ ਜੀਵਨ ਵਿੱਚ ਵੱਡਾ ਮੋੜ। ਸ਼ਹੀਦ ਭਗਤ ਸਿੰਘ ਦੱਸਦਾ ਹੈ, ਉਹ ਅਰਸੇ ਤੱਕ ਮੈਂ ਸਿਰਫ ਅਨੁਯਾਈ ਹੀ ਸੀ, ਫਿਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਣ ਦਾ ਵੇਲਾ ਆਇਆ। ਕੁਝ ਚਿਰ ਪਾਰਟੀ ਦੀ ਅਟੱਲ ਵਿਰੋਧਤਾ ਕਾਰਨ ਇਹਦੀ ਹੋਂਦ ਹੀ ਖਤਰੇ ਵਿੱਚ ਸੀ। ਜੋਸ਼ ਨਾਲ ਭਰੇ ਕਾਮਰੇਡ ਹੀ ਨਹੀਂ ਸੀ, ਸਗੋਂ ਆਗੂ ਹੀ ਮਜ਼ਾਕ ਉਡਾਉਣ ਲੱਗੇ। ਮੇਰੇ ਇਨਕਲਾਬੀ ਜੀਵਨ ਕਰੀਅਰ ਵਿੱਚ ਆਇਆ ਬੜਾ ਮੋੜ ਸੀ। ਅਧਿਐਨ ਕਰਨ ਤੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿੱਚ ਉੱਭਰਦੀਆਂ ਰਹੀਆਂ। ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏ। ਆਪਣੇ ਸਿਧਾਂਤ ਤੇ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਦੇ ਵਿਸ਼ਵਾਸ ਵਿੱਚ ਬਹੁਤ ਬੜੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਭਾਰੂ ਸੀ। ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ, ਅੰਧ ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਸਭ ਤੋਂ ਅਹਿਮ ਗੱਲ ਇਹ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਹਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਏ, ਕਿਉਂਕਿ ਐਕਸ਼ਨ ਵਜੋਂ ਕੋਈ ਸਰਗਰਮੀਆਂ ਨਹੀਂ ਹੋ ਰਹੀਆਂ ਸਨ। ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ-ਵੱਖ ਆਦਰਸ਼ ਦੇ ਅਧਿਐਨ ਵਾਸਤੇ ਕਾਫੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਬਾਕਾਨੂੰਨ ਨੂੰ ਪੜ੍ਹਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਨ, ਟਾਰਾਟਸਕੀ ਅਤੇ ਆਪਣੇ ਦੇਸ਼ਾਂ ਵਿੱਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਖੁਦ ਪੜ੍ਹਨ ਵਾਚਣ ਤੋਂ ਦੇ ਨਾਲ ਨਾਲ ਭਗਤ ਸਿੰਘ ਨੇ ਕੁਝ ਕਿਤਾਬਾਂ ਦਾ ਅਨੁਵਾਦ ਕਰਕੇ ਦੂਸਰਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਭਗਤ ਸਿੰਘ ਨੇ ਬਹੁਤ ਲਿਖਿਆ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਚੰਗਾ ਲਿਖ ਸਕਦਾ ਸੀ। ਉਹ ਕਿਰਤੀ ਅਖਬਾਰ ਵਿੱਚ ਐਡੀਟਰ ਰਿਹਾ। ਫਰਵਰੀ 1928 ਵਿੱਚ ਇਲਾਹਾਬਾਦ ਤੋਂ ਨਿਕਲਣ ਵਾਲੇ ਅਖਬਾਰ ਚੰਦ ਦੇ ਫਾਂਸੀ ਅੰਕ ਦਾ ਸੰਪਾਦਨ ਕੀਤਾ। ਪਹਿਲੀ ਗ੍ਰਿਫਤਾਰੀ। ਆਪਣੀ ਪਹਿਲੀ ਗ੍ਰਿਫਤਾਰੀ ਦੀ ਗੱਲ ਕਰਦਾ ਹੋਇਆ ਭਗਤ ਸਿੰਘ ਦੱਸਦਾ ਹੈ, ਮਈ 1927 ਵਿੱਚ ਮੈਂ ਲਾਹੌਰ ਵਿੱਚ ਗ੍ਰਿਫਤਾਰ ਹੋਇਆ। ਮੇਰੀ ਗ੍ਰਿਫਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿੱਛੇ ਪਈ ਹੋਈ ਹੈ। ਜਦ ਮੈਂ ਕਿਸੇ ਬਾਗ ਵਿੱਚ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਹੈ। ਮੈਂ ਉਦੋਂ ਬਹੁਤ ਤਹਿਮਲ ਨਾਲ ਪੇਸ਼ ਆਇਆ ਸੀ। ਮੈਨੂੰ ਕੋਈ ਘਬਰਾਹਟ ਨਾ ਹੋਈ ਅਤੇ ਨਾ ਹੀ ਮੈਂ ਉਤੇਜਿਤ ਹੋਇਆ। ਮੈਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਅਗਲੇ ਦਿਨ ਮੈਨੂੰ ਰੇਲਵੇ ਪੁਲਿਸ ਜੇਲ੍ਹ ਵਿੱਚ ਲੈ ਗਿਆ, ਜਿੱਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਿਸ ਅਫਸਰਾਂ ਨਾਲ ਕਿੰਨੇ ਦਿਨਾਂ ਦੀ ਗੱਲਬਾਤ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਨੂੰ ਕੋਕਰੀ ਪਾਰਟੀ ਨਾਲ ਮੇਰੇ ਸੰਬੰਧਾਂ ਬਾਰੇ ਅਤੇ ਇਨਕਲਾਬੀ ਲਹਿਰ ਨਾਲ ਸੰਬੰਧਿਤ ਮੇਰੀਆਂ ਹੋਰ ਸਰਗਰਮੀਆਂ ਬਾਰੇ ਕੁਝ ਜਾਣਕਾਰੀ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਕੋਕਰੀ ਮੁਕੱਦਮੇ ਦੀ ਸੁਣਵਾਈ ਦੌਰਾਨ ਮੈਂ ਲਖਨਊ ਵਿੱਚ ਸੀ, ਕਿ ਮੈਂ ਉਹਨਾਂ ਨਾਲ ਜਾਨੀ ਕੋਕਰੀ ਕੇਸ ਦੇ ਮੁਲਾਜ਼ਮ ਇਨਕਲਾਬੀਆਂ ਨਾਲ ਉਹਨਾਂ ਨੂੰ ਫਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ ਅਤੇ ਉਹਨਾਂ ਦੀ ਮਨਜ਼ੂਰੀ ਮਿਲਣ ਮਗਰੋਂ ਕੁਝ ਬੰਬ ਇਕੱਠੇ ਕੀਤੇ ਸਨ ਅਤੇ ਇਹ ਕਿ ਅਜ਼ਮਾਇਸ਼ ਵਾਸਤੇ ਉਹਨਾਂ ਵਿੱਚੋਂ ਇੱਕ ਬੰਬ 1926 ਦੇ ਦੁਸ਼ਹਿਰੇ ਮੌਕੇ ਭੀੜ ਉੱਤੇ ਸੁੱਟਿਆ ਸੀ। ਉਹਨਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਇਨਕਲਾਬੀ ਪਾਰਟੀਆਂ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਵੇਗੀ, ਸਗੋਂ ਉਹ ਮੈਨੂੰ ਰਿਹਾ ਕਰ ਦੇਣਗੇ ਅਤੇ ਇਨਾਮ ਦੇਣਗੇ ਅਤੇ ਮੈਨੂੰ ਅਦਾਲਤ ਵਿੱਚ ਵਾਧਾ ਮੁਆਫ ਵਜੋਂ ਪੇਸ਼ ਨਹੀਂ ਕਰਨਗੇ। ਮੈਂ ਉਹਨਾਂ ਦੀ ਇਸ ਤਜਵੀਜ਼ ਉੱਤੇ ਹੱਸ ਛੱਡਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉੱਤੇ ਬੰਬ ਨਹੀਂ ਸੀ ਸੁੱਟਦੇ।
ਇੱਕ ਦਿਨ ਸਵੇਰੇ ਮਿਸਟਰ ਨਿਊਮੈਨ ਮੇਰੇ ਕੋਲ ਆਇਆ, ਜੋ ਉਨੀ ਦਿਨੀ CID ਦਾ ਸੀਨੀਅਰ ਸੁਪਰਡੈਂਟ ਹੁੰਦਾ ਸੀ। ਉਹਨੇ ਮੇਰੇ ਨਾਲ ਬੜੀ ਲੰਬੀ ਚੌੜੀ ਗੱਲਬਾਤ ਮਗਰੋਂ ਆਪਣੇ ਚਿੱਤੋਂ ਮੈਨੂੰ ਬੜੀ ਮਾੜੀ ਖਬਰ ਦਿੱਤੀ ਕਿ ਮੈਂ ਉਹਨਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ ਤਾਂ ਉਹ ਮੇਰੇ ਉੱਤੇ ਕੋਕਰੀ ਮੁਕੱਦਮੇ ਦੇ ਸਬੰਧ ਵਿੱਚ ਜੰਗ ਛੇੜਨ ਦੀ ਸਾਜ਼ਿਸ਼ ਅਤੇ ਦੁਸ਼ਹਿਰਾ ਬੰਬ ਸਾਕੇ ਦੇ ਵਹਿਸ਼ੀ ਕਤਲਾਂ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ। ਫਿਰ ਉਹ ਮੈਨੂੰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ ਅਤੇ ਫਾਹੇ ਲਾਉਣ ਲਈ ਉਹਨਾਂ ਕੋਲ ਗਵਾਹ ਮੌਜੂਦ ਹੈ। ਉਨੀ ਦਿਨੀ ਮੇਰਾ ਵਿਸ਼ਵਾਸ ਸੀ ਕਿ ਪੁਲਿਸ ਜੋ ਚਾਹੇ ਕਰ ਸਕਦੀ ਹੈ। ਮੁਲਕ ਪੱਧਰ ਦੀ ਇਨਕਲਾਬੀ ਪਾਰਟੀ ਬਣਾਈ। ਭਗਤ ਸਿੰਘ ਵੱਲੋਂ ਮੁਲਕ ਪੱਧਰ ਦੀ ਇੱਕ ਇਨਕਲਾਬੀ ਪਾਰਟੀ ਬਣਾਉਣ ਦੇ ਯਤਨ ਆਰੰਭ ਕਰਨ ਤੋਂ ਪਹਿਲਾਂ ਅੱਡ-ਅੱਡ ਸੂਬਿਆਂ ਵਿੱਚ ਇਨਕਲਾਬੀ ਦੇ ਅੱਡ-ਅੱਡ ਗਰੁੱਪ ਕੰਮ ਕਰਦੇ ਸਨ। ਬੰਗਾਲ ਵਿੱਚ ਅਨੁਸ਼ੀਲਨ ਯੁਗਾਂਤਰ ਆਦਿਕ ਸੰਸਥਾਵਾਂ ਸਨ। ਪੰਜਾਬ ਵਿੱਚ ਗਦਰ ਪਾਰਟੀ ਦਾ ਕੰਮ ਸੀ। ਯੂਪੀ ਅਤੇ ਬਿਹਾਰ ਵਿੱਚ ਮੁੱਖ ਤੌਰ 'ਤੇ ਹਿੰਦੁਸਤਾਨ ਪ੍ਰਜਾਤੰਤਰ ਸੰਘ ਕੰਮ ਕਰਦਾ ਸੀ। ਇਹਨਾਂ ਸਾਰੇ ਇਨਕਲਾਬੀ ਗਰੁੱਪਾਂ ਵਿੱਚ ਆਪਸੀ ਸਹਿਯੋਗ ਨਾ ਦੇ ਬਰਾਬਰ ਸੀ। ਯੂਪੀ ਉਸ ਵਕਤ ਇਸ ਦਾ ਨਾਂ ਸੰਯੁਕਤ ਪ੍ਰਾਂਤ ਵਿੱਚ ਇਨਕਲਾਬੀ ਪਾਰਟੀ ਦੇ ਸਭ ਮੁੱਖ ਆਗੂ 1925 ਵਿੱਚ ਕੋਕਰੀ ਸਾਜ਼ਿਸ਼ ਕੇਸ ਵਿੱਚ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ। ਇਸ ਨਾਲ ਹਿੰਦੁਸਤਾਨ ਪ੍ਰਜਾਤੰਤਰ ਸੰਘ ਦੀ ਜਥੇਬੰਦੀ ਨੂੰ ਬਹੁਤ ਵੱਡਾ ਧੱਕਾ ਲੱਗਿਆ। ਕੇਵਲ ਚੰਦਰ ਸ਼ੇਖਰ ਆਜ਼ਾਦ ਅਤੇ ਕੁੰਦਨ ਲਾਲ ਗੁਪਤਾ ਹੀ ਪੁਲਿਸ ਤੋਂ ਬਚ ਨਿਕਲਣ ਵਿੱਚ ਸਫਲ ਰਹੇ। ਇਸ ਤੋਂ ਇਲਾਵਾ ਜੋ ਸਾਥੀ ਬਾਹਰ ਰਹਿ ਗਏ ਸਨ ਉਹ ਦੂਜੇ ਕਤਾਰ ਦੇ ਸਿਪਾਹੀ ਸਨ। ਪਾਰਟੀ ਨੂੰ ਫਿਰ ਤੋਂ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੂਜੀ ਕਤਾਰ ਦੇ ਇਨਕਲਾਬੀਆਂ ਸਿਰ ਪਈ। ਭਗਤ ਸਿੰਘ ਇਸ ਇਨਕਲਾਬੀ ਪ੍ਰਾਂਤ ਦਾ ਆਗੂ ਸੀ। ਉਸ ਸਮੇਂ ਅਰਥਾਤ 1925 ਵਿੱਚ ਕੁਝ ਇਨਕਲਾਬੀ ਲਾਹੌਰ ਵਿੱਚ ਸਰਗਰਮ ਸਨ, ਕੁਝ ਕਾਨਪੁਰ ਵਿੱਚ ਦੁਬਾਰਾ ਕੰਮ ਸ਼ੁਰੂ ਕਰਨ ਦਾ ਯਤਨ ਕਰ ਰਹੇ ਸਨ। ਸਿਧਾਂਤਕ ਤੌਰ 'ਤੇ ਉਸ ਸਮੇਂ ਤੱਕ ਇਹਨਾਂ ਦੋਹਾਂ ਕੇਂਦਰਾਂ ਦੇ ਇਨਕਲਾਬੀਆਂ ਵਿੱਚ ਸਪਸ਼ਟਤਾ ਦੀ ਘਾਟ ਸੀ। ਭਗਤ ਸਿੰਘ ਕਿਤਾਬਾਂ ਪੜ੍ਹਦਾ, ਵਾਚਦਾ, ਨੋਟਿਸ ਬਣਾਉਂਦਾ, ਆਪਣੇ ਸਾਥੀਆਂ ਨਾਲ ਉਹਨਾਂ ਉੱਤੇ ਵਿਚਾਰ ਵਟਾਂਦਰਾ ਕਰਦਾ, ਆਪਣੀ ਸਮਝ ਨੂੰ ਨਵੇਂ ਗਿਆਨ ਦੀ ਰੌਸ਼ਨੀ ਵਿੱਚ ਆਲੋਚਨਾਤਮਕ ਢੰਗ ਨਾਲ ਨਿਰੀਖਣ ਪਰਖਣ ਦਾ ਯਤਨ ਕਰਦਾ। ਇਸ ਅਮਲ ਵਿੱਚ ਆਪਣੀ ਸਮਝ ਵਿੱਚ ਜੋ ਗਲਤੀਆਂ ਦਿਸਦੀਆਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ। ਲਾਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਦੇ ਪ੍ਰਧਾਨ ਰਾਜਾ ਰਾਜਮ ਸ਼ਾਸਤਰੀ ਦੇ ਕਹਿਣ ਮੁਤਾਬਕ ਭਗਤ ਸਿੰਘ ਕਿਤਾਬਾਂ ਨੂੰ ਪੜ੍ਹਦਾ ਨਹੀਂ, ਨਿਗਲਦਾ ਸੀ। ਫਿਰ ਵੀ ਉਸ ਦਾ ਗਿਆਨ ਦੀ ਜਿਗਿਆਸਾ ਸਦਾ ਅਣਬੁੱਝੀ ਰਹਿੰਦੀ ਸੀ। ਭਗਤ ਸਿੰਘ ਸੁਖਦੇਵ ਅਤੇ ਭਗਵਤੀ ਚਰਨ ਬੋਹਰਾ ਅਤੇ ਪੰਜਾਬ ਦੇ ਦੂਸਰੇ ਬੁੱਧੀਮਾਨ ਇਨਕਲਾਬੀਆਂ ਵਿੱਚੋਂ ਪੜ੍ਹਨ, ਵਾਚਣ ਅਤੇ ਬਹਿਸ ਵਿਚਾਰਾਂ ਦੀਆਂ ਲਈ ਕੀਤੀਆਂ ਤਾਬੜਤੋੜ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਨਕਲਾਬੀਆਂ ਦਾ ਪੰਜਾਬ ਗਰੁੱਪ ਤੇਜ਼ੀ ਨਾਲ ਅੱਗੇ ਵਧ ਗਿਆ ਅਤੇ ਉਹਨਾਂ ਨੇ 1928 ਦੇ ਆਰੰਭ 'ਚ ਅਰਾਜਕਤਾਵਾਦ ਨੂੰ ਛੱਡ ਕੇ ਸਮਾਜਵਾਦ ਨੂੰ ਆਪਣੇ ਨਿਸ਼ਾਨੇ ਦੇ ਤੌਰ 'ਤੇ ਪ੍ਰਵਾਨ ਕਰ ਲਿਆ। ਕਾਨਪੁਰ ਦੇ ਸਾਥੀ ਵੀ ਠੀਕ ਉਸੇ ਦਿਸ਼ਾ ਵਿੱਚ ਅੱਗੇ ਵਧ ਰਹੇ ਸਨ, ਭਾਵੇਂ ਉਹਨਾਂ ਦੀ ਅੱਗੇ ਵਧਣ ਦੀ ਰਫ਼ਤਾਰ ਵਿੱਚ ਉਹ ਤੇਜ਼ੀ ਨਹੀਂ ਸੀ ਜੋ ਪੰਜਾਬ ਦੇ ਇਨਕਲਾਬੀਆਂ ਵਿੱਚ ਸੀ। 1928 ਦੇ ਆਰੰਭ ਵਿੱਚ ਭਗਤ ਸਿੰਘ ਨੇ ਅੱਡ-ਅੱਡ ਗਰੁੱਪਾਂ ਨੂੰ ਮਿਲਾ ਕੇ ਇਨਕਲਾਬੀਆਂ ਦੀ ਇੱਕ ਕੁੱਲ ਭਾਰਤੀ ਜਥੇਬੰਦੀ ਬਣਾਉਣ ਦੀ ਤਜਵੀਜ਼ ਆਪਣੇ ਸਾਥੀਆਂ ਸਾਹਮਣੇ ਰੱਖੀ। ਉਸ ਦੀ ਤਜਵੀਜ਼ ਇਸ ਤਰ੍ਹਾਂ ਸੀ: ਇੱਕ, ਸਮਾਜਵਾਦ ਨੂੰ ਆਪਣਾ ਅੰਤਮ ਨਿਸ਼ਾਨਾ ਐਲਾਨਿਆ ਜਾਵੇ। ਦੂਜਾ, ਪਾਰਟੀ ਦਾ ਨਾਂ ਅਜਿਹਾ ਰੱਖਿਆ ਜਾਵੇ ਤਾਂ ਕਿ ਲੋਕ ਜਾਣ ਸਕਣ ਕਿ ਸਾਡਾ ਅੰਤਮ ਨਿਸ਼ਾਨਾ ਕੀ ਹੈ। ਤੀਜਾ, ਸਾਨੂੰ ਸਿਰਫ ਉਹਨਾਂ ਕੰਮਾਂ ਨੂੰ ਹੀ ਹੱਥ ਵਿੱਚ ਲੈਣਾ ਚਾਹੀਦਾ ਜਿਨ੍ਹਾਂ ਦਾ ਸਿੱਧਾ ਸੰਬੰਧ ਜਨਤਾ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਨਾਲ ਹੋ ਸਕਦਾ ਹੈ ਅਤੇ ਸਾਨੂੰ ਮਾਮੂਲੀ ਪੁਲਿਸੀਆਂ ਜਾਂ ਮੁਖਬਰਾਂ ਨੂੰ ਮਾਰਨ ਵਿੱਚ ਆਪਣੀ ਤਾਕਤ ਅਤੇ ਸਮੇਂ ਦੇ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਚੌਥਾ, ਧਨ ਵਾਸਤੇ ਸਾਨੂੰ ਸਰਕਾਰੀ ਖਜ਼ਾਨੇ ਨੂੰ ਹੀ ਲੁੱਟਣਾ ਚਾਹੀਦਾ ਹੈ, ਯਾਨੀ ਨਿੱਜੀ ਘਰਾਂ ਵਿੱਚ ਡਾਕੇ ਨਹੀਂ ਮਾਰਨੇ ਚਾਹੀਦੇ। ਪੰਜਵਾਂ, ਸਮੂਹਿਕ ਅਗਵਾਈ ਦੇ ਸਿਧਾਂਤਾਂ ਦਾ ਕਰੜਾਈ ਨਾਲ ਪਾਲਣਾ ਕਰਨਾ ਚਾਹੀਦਾ ਹੈ। 8 ਸਤੰਬਰ 1928 ਨੂੰ ਭਗਤ ਸਿੰਘ ਦੀ ਇਹਨਾਂ ਤਜਵੀਜ਼ਾਂ ਦੇ ਆਧਾਰ ਉੱਤੇ 4 ਸੂਬਿਆਂ ਦੇ ਇਨਕਲਾਬੀ ਗਰੁੱਪਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 2 ਨੁਮਾਇੰਦੇ ਬਿਹਾਰ ਤੋਂ, 2 ਪੰਜਾਬ ਤੋਂ, 1 ਰਾਜਸਥਾਨ ਤੋਂ ਅਤੇ 3 ਯੂਪੀ ਤੋਂ ਸਨ। ਬੰਗਾਲ ਦੇ ਇਨਕਲਾਬੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਹਿਮਤ ਨਹੀਂ ਹੋਏ। ਚੰਦਰ ਸ਼ੇਖਰ ਆਜ਼ਾਦ ਨੂੰ ਸੁਰੱਖਿਆ ਕਾਰਨਾਂ ਕਰਕੇ ਇਸ ਮੀਟਿੰਗ ਵਿੱਚ ਨਹੀਂ ਲਿਆਂਦਾ ਗਿਆ। ਮੀਟਿੰਗ ਵਿੱਚ 2 ਦਿਨਾਂ ਦੀ ਬਹਿਸ ਤੋਂ ਮਗਰੋਂ ਭਗਤ ਸਿੰਘ ਵੱਲੋਂ ਰੱਖੀਆਂ ਗਈਆਂ ਸਾਰੀਆਂ ਤਜਵੀਜ਼ਾਂ ਨੂੰ 6-2 ਦੀ ਬਹੁਸਹਿਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਫੰਨੀਦਾਰ ਨਾਥ ਘੋਸ਼ ਅਤੇ ਮਨਮੋਹਨ ਬੈਨਰਜੀ ਦੋਹੇ ਬਿਹਾਰ ਤੋਂ ਨੇ ਸਮਾਜਵਾਦੀ ਪਾਰਟੀ ਨੂੰ
ਪਾਰਟੀ ਦਾ ਅੰਤਮ ਨਿਸ਼ਾਨੇ ਰੂਪ ਵਿੱਚ ਅਪਣਾਏ ਜਾਣ ਦਾ ਅਤੇ ਪਾਰਟੀ ਦਾ ਨਾਮ ਬਦਲਣ ਦੀ ਤਜਵੀਜ਼ ਦਾ ਵਿਰੋਧ ਕੀਤਾ। ਮਗਰੋਂ ਭਗਤ ਸਿੰਘ ਨੇ ਬੰਗਾਲ ਦੇ ਕੁਝ ਹੋਰ ਇਨਕਲਾਬੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਹਿਮਤ ਕਰ ਲਿਆ। ਇਸ ਮੀਟਿੰਗ ਦੀ ਅਗਵਾਈ 21 ਸਾਲਾਂ ਦੇ ਨੌਜਵਾਨ ਭਗਤ ਸਿੰਘ ਨੇ ਹੀ ਕੀਤੀ। ਪਾਰਟੀ ਦਾ ਨਾਮ ਹਿੰਦੁਸਤਾਨੀ ਪ੍ਰਜਾਤੰਤਰ ਸੰਘ ਤੋਂ ਬਦਲ ਕੇ ਹਿੰਦੁਸਤਾਨੀ ਸਮਾਜਵਾਦੀ ਪ੍ਰਜਾਤੰਤਰ ਸੰਘ ਕਰ ਦਿੱਤਾ ਗਿਆ। ਭਗਤ ਸਿੰਘ ਕਿਸੇ ਇੱਕ ਵਿਅਕਤੀ ਨੂੰ ਅੰਦੋਲਨ ਲਈ ਸਰਵਉੱਚ ਮੰਨ ਕੇ ਉਸ ਦੀਆਂ ਇੱਛਾਵਾਂ ਜਾਂ ਬੁਰਾਈਆਂ ਦਾ ਦਇਆ ਉੱਤੇ ਸਭ ਕੁਝ ਛੱਡ ਦੇਣ ਦਾ ਵਿਰੋਧੀ ਸੀ। ਉਸ ਦੇ ਸੁਝਾਅ ਉੱਤੇ ਆਜ਼ਾਦੀ ਸਰਗਰਮ ਨੂੰ ਚਲਾਉਣ ਲਈ ਇੱਕ ਕੇਂਦਰੀ ਕਮੇਟੀ ਬਣਾਈ ਗਈ ਅਤੇ ਨੀਤੀ ਦੇ ਸਵਾਲਾਂ ਉੱਤੇ ਇਸ ਕਮੇਟੀ ਨੂੰ ਹੀ ਸਰਵਉੱਚ ਮੰਨਿਆ ਗਿਆ। ਇਸ ਮੀਟਿੰਗ ਵਿੱਚ ਪੰਜਾਬ, ਬਿਹਾਰ, ਰਾਜਸਥਾਨ ਅਤੇ ਯੂਪੀ ਲਈ ਕਰਮਵਾਰ ਸੁਖਦੇਵ, ਫਾਨੀਦਾਰ ਘੋਸ਼, ਕੁੰਦਨ ਲਾਲ ਅਤੇ ਸ਼ਿਵ ਵਰਮਾ ਨੂੰ ਆਰਗੇਨਾਈਜ਼ਰ ਚੁਣਿਆ ਗਿਆ। ਭਗਤ ਸਿੰਘ ਅਤੇ ਵਿਜੇ ਕੁਮਾਰ ਸਿਨਹਾ ਨੂੰ ਪ੍ਰਚਾਰ ਅਤੇ ਸਾਰੇ ਸੂਬਿਆਂ ਕੋਲ ਆਪਸੀ ਸੰਪਾਦਕ ਦੀ ਜ਼ਿੰਮੇਵਾਰੀ ਦਿੱਤੀ ਗਈ। ਇਹਨਾਂ 6 ਨੂੰ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਮਿਲ ਕੇ ਕਮੇਟੀ ਬਣਾਈ ਗਈ। ਪਾਰਟੀ ਦੇ ਸੈਨਾਪਤੀ ਬਣਨ ਦੀ ਵੀ ਪਰੰਪਰਾ ਅਪਣਾਈ ਗਈ ਅਤੇ ਆਜ਼ਾਦ ਪਹਿਲੇ ਚੁਣੇ ਗਏ ਸੈਨਾਪਤੀ ਬਣੇ। ਸਾਈਮਨ ਕਮਿਸ਼ਨ ਅਤੇ ਸਾਂਡਰਸ ਦਾ ਕਤਲ। ਅਗਲੇ ਭਾਗ ਵਿੱਚ